ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸਰਦਾਰ ਸੁਖਦੇਵ ਸਿੰਘ ਢੀਂਡਸਾ ਜੀ ਨੇ ਬੁੱਧਵਾਰ ਨੂੰ 7 ਅਕਤੂਬਰ 2020 ਨੂੰ ਸੈਕਟਰ 82 JLPL ਮੋਹਾਲੀ ਵਿਖੇ ਪਾਰਟੀ ਦੇ ਮੇਨ ਆਫਿਸ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਜੀ, ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਜੀ, ਸਾਬਕਾ ਵਿੱਤ ਮੰਤਰੀ ਪੰਜਾਬ ਸਰਦਾਰ ਪਰਮਿੰਦਰ ਸਿੰਘ ਜੀ ਢੀਂਡਸਾ, ਸਾਬਕਾ ਮੰਤਰੀ ਪੰਜਾਬ ਸਰਦਾਰ ਸੇਵਾ ਸਿੰਘ ਸੇਖਵਾਂ, ਜਗਦੀਸ਼ ਗਰਚਾ ਜੀ, ਸਾਬਕਾ ਮੈਂਬਰ ਪਾਰਲੀਮੈਂਟ ਪਰਮਜੀਤ ਕੌਰ ਗੁਲਸ਼ਨ, ਸੀਨੀਅਰ ਆਗੂ ਗੁਰਦੇਵ ਹਰਪਾਲਪੁਰ, ਸਾਬਕਾ ਵਿਧਾਇਕ ਰਣਜੀਤ ਸਿੰਘ ਤਲਵੰਡੀ, ਜਸਟਿਸ ਨਿਰਮਲ ਸਿੰਘ, ਸੁਖਜਿੰਦਰ ਸਿੰਘ ਔਲਖ, ਦੇਸਰਾਜ ਧੁੱਗਾ, IAS ਸੇਵਾ ਮੁਕਤ ਕੈਪਟਨ TPS ਸਿੱਧੂ ਅਤੇ ਸਰਦਾਰ ਨਿਧਰਕ ਸਿੰਘ ਬਰਾੜ ਹਾਜ਼ਰ ਹੋਏ। ਸਰਦਾਰ ਸੁਖਦੇਵ ਸਿੰਘ ਜੀ ਢੀਂਡਸਾ ਜੀ ਨੇ ਪ੍ਰੈਸ ਕਾਨਫਰੰਸ ਦੇ ਦੌਰਾਨ ਮੀਡੀਆ ਨੂੰ ਸਪੈਸ਼ਲੀ ਚੈਨਲ ਵਾਲੇ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਡੈਮੋਕ੍ਰੈਟਿਕ ਦੇ ਜੋ ਏਜੰਡਾਜ਼ ਨੇ, ਜੋ ਉਹਨਾਂ ਦੇ ਆਉਣ ਵਾਲੇ ਸਮੇਂ ਵਿੱਚ ਜੋ ਕੰਮ ਉਹਨਾਂ ਨੇ ਕਰਨੇ ਹਨ ਜਾਂ ਉਹਨਾਂ ਦੇ ਟੀਚੇ ਹਨ, ਉਹ ਪੰਜਾਬ ਦੀ ਜਨਤਾ ਤੱਕ ਪਹੁੰਚਾਉਣ ਤਾਂ ਜੋ ਪੰਜਾਬ ਦੀ ਜਨਤਾ ਉਹਨਾਂ ਦੇ ਕੰਮਕਾਜ ਜਾਂ ਉਹਨਾਂ ਦੇ ਜੋ ਏਜੰਡਾਜ਼ ਉਹਨਾਂ ਦੇ ਨਾਲ ਜਾਣੂ ਹੋ ਸਕੇ ਅਤੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੀ ਪਾਰਟੀ ਦੇ ਨਾਲ ਜੋੜਨ ਵਿੱਚ ਸਹਿਯੋਗ ਦੇਣ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਜੋ 2022 ਦੇ ਵਿੱਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਪੰਜਾਬ ਦੇ ਲੋਕ ਅਕਾਲੀ ਦਲ ਡੈਮੋਕ੍ਰੈਟਿਕ ਨੂੰ ਜਿਤਾ ਕੇ ਜੋ ਪੰਜਾਬ ਦੇ ਵਿੱਚ ਇਸ ਸਮੇਂ ਝੂਠ ਅਤੇ ਫਰੇਬ ਦੀ ਰਾਜਨੀਤੀ ਹੋ ਰਹੀ ਹੈ ਉਸ ਤੋਂ ਛੁਟਕਾਰਾ ਮਿਲ ਸਕੇ। ਇਸ ਪ੍ਰੈਸ ਕਾਨਫਰੰਸ ਦੇ ਦੌਰਾਨ ਇੱਕ ਸਵਾਲ ਦੇ ਜਵਾਬ ਦੇ ਵਿੱਚ ਢੀਂਡਸਾ ਸਾਹਿਬ ਨੇ ਕਿਹਾ ਕਿ ਉਹਨਾਂ ਦੀ ਪਾਰਟੀ ਆਉਣ ਵਾਲੀਆਂ SGPC ਦੀ ਚੋਣਾਂ ਦੇ ਵਿੱਚ ਹਰ ਥਾਂ ਤੋਂ ਆਪਣੇ ਉਮੀਦਵਾਰ ਉਤਾਰੇਗੀ। ਇੱਕ ਹੋਰ ਸਵਾਲ ਦੇ ਜਵਾਬ ਦੇ ਵਿੱਚ ਜਿਸ ਦੇ ਵਿੱਚ ਢੀਂਡਸਾ ਸਾਹਿਬ ਤੋਂ ਇਹ ਪੁੱਛਿਆ ਗਿਆ ਕਿ ਕੀ ਉਹਨਾਂ ਦੀ ਪਾਰਟੀ ਆਉਣ ਵਾਲੀ 2022 ਦੀ ਚੋਣਾਂ ਦੇ ਵਿੱਚ ਭਾਜਪਾ ਦੇ ਨਾਲ ਕੋਈ ਗੱਠਜੋੜ ਕਰੇਗੀ, ਤਾਂ ਉਸ ਦੇ ਜਵਾਬ ਵਿੱਚ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਜੋ ਕਿਸਾਨਾਂ ਦਾ ਮਸਲਾ ਹੈ, ਜੋ ਭਾਜਪਾ ਦੀ ਕੇਂਦਰੀ ਸਰਕਾਰ ਇਹ ਖੇਤੀਬਾੜੀ ਨਾਲ ਸੰਬੰਧਿਤ ਨਵਾਂ ਆਰਡੀਨੈਂਸ ਲੈ ਕੇ ਆਈ ਹੈ, ਉਹ ਉਹਨਾਂ ਦੇ ਨਾਲ ਸਹਿਮਤ ਨਹੀਂ ਹਨ ਅਤੇ ਉਦੋਂ ਤੱਕ ਜਦੋਂ ਤੱਕ ਕਿ ਉਹਨਾਂ ਦਾ ਫੈਸਲਾ ਨਹੀਂ ਹੋ ਜਾਂਦਾ ਉਹ ਕਿਸਾਨਾਂ ਦੇ ਨਾਲ ਖੜੇ ਹਨ, ਕਿਸੇ ਵੀ ਪਾਰਟੀ ਦੇ ਨਾਲ ਕੋਈ ਕਿਸੇ ਤਰ੍ਹਾਂ ਦਾ ਗੱਠਜੋੜ ਨਹੀਂ ਕਰਨਗੇ। ਇਸ ਮੌਕੇ 'ਤੇ ਸਾਬਕਾ IAS ਸਰਦਾਰ TPS ਸਿੱਧੂ ਅਤੇ ਸਾਬਕਾ ਸੈਕਟਰੀ ਪੰਜਾਬ ਮੰਡੀ ਬੋਰਡ ਅਤੇ ਡਿਪਟੀ ਕਮਿਸ਼ਨਰ ਮੋਹਾਲੀ ਜੀ ਨੇ ਵੀ ਲੋਕਾਂ ਨੂੰ ਇਹ ਕਿਹਾ ਕਿ ਉਹਨਾਂ ਦੀ ਪਾਰਟੀ ਸੱਚ ਨਾਲ ਖੜੀ ਹੈ ਅਤੇ ਸੱਚ 'ਤੇ ਪਹਿਰਾ ਦੇਵੇਗੀ, ਜੋ ਕਿ ਅਕਾਲੀ ਦਲ ਦੇ ਮੁੱਢਲੇ ਸਿਧਾਂਤ ਹਨ। ਲੋਕ ਇਸ ਸਮੇਂ ਝੂਠ ਅਤੇ ਫਰੇਬ ਦੀ ਰਾਜਨੀਤੀ ਤੋਂ ਤੰਗ ਆ ਚੁੱਕੇ ਹਨ। ਸੋ ਆਓ ਵੇਖਦੇ ਹਾਂ ਇਸ ਮੌਕੇ ਦੀਆਂ ਕੁਝ ਝਲਕੀਆਂ। ਜਸਵਿੰਦਰ ਸਿੰਘ ਔਰ ਨਾਭਾ, ਤਹਿਸੀਲ ਤਪਾ, ਜ਼ਿਲ੍ਹਾ ਬਰਨਾਲਾ। ਠੀਕ ਹੈ ਜੀ। ਅਸੀਂ ਇਸ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਡੈਮੋਕ੍ਰੇਟ ਦੇ ਉਦਘਾਟਨ ਤੇ ਆਏ ਹਾਂ। ਅਸੀਂ ਬਹੁਤ ਖੁਸ਼ ਹਾਂ ਢੀਂਡਸਾ ਸਾਹਿਬ ਤੇ ਇਹਨਾਂ ਨੇ ਐਡਾ ਵੱਡਾ ਉਪਰਾਲਾ ਕੀਤਾ, ਇਹਨਾਂ ਨੇ ਬਹੁਤ ਵੱਡਾ ਮੋਢਾ ਲਾਇਆ ਢੀਂਡਸਾ ਸਾਹਿਬ ਨੇ। ਅਸੀਂ ਬਹੁਤ ਖੁਸ਼ ਹਾਂ। ਅਸੀਂ ਤਨ ਮਨ ਲਾ ਕੇ ਮਰਨ ਤੱਕ ਵੀ ਜ਼ਿੰਦਗੀਆਂ ਵੀ ਵਾਰ ਦਿਆਂਗੇ ਤੇ ਅਸੀਂ ਪੂਰੀ ਮਦਦ ਕਰਾਂਗੇ ਇਸ ਅਕਾਲੀ ਦਲ ਦੀ। ਵਾਹਿਗੁਰੂ ਸਾਡੇ ਤੇ ਕਿਰਪਾ ਕਰੇ, ਇਹ ਬਹੁਤ ਕਾਮਯਾਬ ਹੋ। ਜਿਹੜਾ 1920 ਚ ਅਕਾਲੀ ਦਲ ਦੀ ਸਥਾਪਨਾ ਹੋਈ ਸੀ, ਅੱਜ 2020 ਹੈ, 100 ਸਾਲ ਹੋ ਗਿਆ ਤੇ ਸਮਾਂ ਤੇਜ਼ੀ ਨਾਲ ਬਦਲ ਰਿਹਾ ਹੈ। ਅਸੀਂ ਇੱਕ ਟ੍ਰਾਂਜੀਸ਼ਨ ਦੇ ਪੀਰੀਅਡ ਵਿੱਚੋਂ, ਇੱਕ ਤਬਦੀਲੀ ਦੇ ਦੌਰ ਵਿੱਚੋਂ ਗੁਜ਼ਰ ਰਹੇ ਹਾਂ। ਤਬਦੀਲੀ ਹੋਣੀ ਲਾਜ਼ਮੀ ਹੈ, ਲੀਡਰਸ਼ਿਪ ਦੀ ਵੀ ਤਬਦੀਲੀ ਹੋਣੀ ਹੈ ਔਰ ਸ਼੍ਰੋਮਣੀ ਕਮੇਟੀ ਦੀ ਸੇਵਾਦਾਰੀ ਦੀ ਵੀ ਤਬਦੀਲੀ ਹੋਣੀ ਹੈ। ਕੌਮ ਦੇ ਨਿਸ਼ਾਨਿਆਂ 'ਚ ਵੀ ਤਬਦੀਲੀ ਹੋਣੀ ਹੈ। ਟੀਚੇ ਵੀ ਕੌਮ ਦੇ ਸਾਰੇ ਮੁੱਢ ਤੋਂ ਮਿਥਣੇ ਪੈਣਗੇ, ਰਾਜਨੀਤਿਕ, ਸੱਭਿਆਚਾਰਕ, ਧਾਰਮਿਕ ਸਾਰੇ। ਹੁਣ ਗੱਲ ਬਣਨੀ ਨਹੀਂ ਹੈ। ਮਿਸਾਲ ਦੇ ਤੌਰ ਤੇ 3 ਤਖਤਾਂ ਤੋਂ ਤੁਰੇ, 3 ਲਸ਼ਕਰ ਤੁਰੇ ਔਰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੁਰੇ, ਮੈਮੋਰੰਡਮ ਦੇਣ ਵਾਸਤੇ ਤੁਰੇ। ਪਹਿਲੀ ਤਾਂ ਗੱਲ ਇਹ ਕਿ ਇਤਿਹਾਸ 'ਚ ਇਹ ਪਹਿਲੀ ਵਾਰੀ ਹੋਇਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਤਖਤ ਤੇ ਕੇਵਲ ਮੈਮੋਰੰਡਮ ਚਿੱਠੀ ਦੇਣ ਲਈ ਖਾਲਸਾ ਅਰਦਾਸ ਕਰਕੇ ਤੁਰੇ। ਪਹਿਲੀ ਵਾਰ ਹੋਇਆ ਤੇ ਬਦਕਿਸਮਤੀ ਇਹ ਕਿ ਉਹ ਚਿੱਠੀ ਵੀ ਉੱਥੇ ਦੇ ਨਹੀਂ ਸਕੇ, ਚਿੱਠੀ ਨਹੀਂ ਦੇ ਸਕੇ ਔਰ ਸਾਰੇ ਰਸਤੇ ਆਏ ਕਿਸਾਨਾਂ ਵਾਸਤੇ। ਨਾਰੇ ਇਹ ਲੱਗਦੇ ਰਹੇ, ਸੁਖਬੀਰ ਤੇਰੀ ਸੋਚ ਤੇ ਪਹਿਰੇ ਦੇਾਂਗੇ ਠੋਕੇ। ਸਾਰੇ ਰਾਹ ਸੁਖਬੀਰ ਦੇ ਗਲ 'ਚ ਸਰੋਪੇ ਪਾਉਂਦੇ ਗਏ
ਉਹ ਲਾਏ ਢੇਰੀ ਹੇਠਾਂ ਗੱਡੀ ਦੇ ਉੱਤੇ ਸੁੱਟ ਦੇ, ਤੇ ਜਿੰਨੀ ਚੜ੍ਹਤ ਨਾਲ ਆਏ ਓਨੀ ਨਮੋਸ਼ੀ ਨਾਲ ਅੱਧੀ ਰਾਤ 17 ਸੈਕਟਰ ਦੇ ਥਾਣੇ ਤੋਂ ਗਏ। ਹੁਣ ਤੁਸੀਂ ਦੇਖੋ ਵੀ ਮੈਂ ਕਿਹਾ ਸੀ ਉਹਨਾਂ ਨੂੰ ਕਿ ਇਹਨੂੰ ਸੁਖਬੀਰ ਨੂੰ ਪਹਿਲਾਂ ਤਾਂ ਇਹ ਕਹਿੰਦੇ ਸੀ ਕਿ ਜੀ ਅਸੀਂ ਸਾਨੂੰ ਪੜ੍ਹਾਏ ਨਹੀਂ ਹਨ ਕਿੰਨੇ ਆਰਡੀਨੈਂਸ, ਵੀ ਦੱਸੋ ਤੁਹਾਨੂੰ ਆਰਡੀਨੈਂਸ ਪੜ੍ਹਾਉਣ ਦੀ ਕਿਹਦੀ ਡਿਊਟੀ ਸੀ? ਬੀਬੀ ਹਰਸਿਮਰਤ ਕੌਰ ਕੈਬਨਿਟ ਦੀ ਮੈਂਬਰ ਹੈ, ਆਰਡੀਨੈਂਸ ਕੈਬਨਿਟ 'ਚ ਆ ਹੀ ਨਹੀਂ ਸਕਦਾ ਜਦ ਤੱਕ ਉਹ ਕੈਬਨਿਟ ਦਾ ਏਜੰਡਾ ਨਾ ਬਣੇ। ਕੈਬਨਿਟ ਦੀ ਮੀਟਿੰਗ ਹੋ ਹੀ ਨਹੀਂ ਸਕਦੀ ਜਦ ਤੱਕ ਏਜੰਡਾ ਮਿਨਿਸਟਰਾਂ ਨੂੰ ਸਰਕੂਲੇਟ ਨਾ ਹੋਵੇ। ਸਰਕੂਲੇਟ ਹੋ ਜਾਏ, ਪੜਿਆ ਵੀ ਹੋ ਜਾਂ ਨਹੀਂ ਪੜਿਆ, ਉੱਥੇ ਆਰਡੀਨੈਂਸਾਂ ਦੇ ਹੱਕ 'ਚ ਵੋਟ ਦਿੱਤੀ, ਪਾਸ ਕੀਤੇ। ਉਸ ਤੋਂ ਬਾਅਦ 4 ਮਹੀਨੇ ਢੋਲ ਢਬੱਕੇ ਨਾਲ ਉਹਨਾਂ ਦੀ ਵਕਾਲਤ ਕੀਤੀ। ਜਿੱਦਣ ਬਿੱਲ ਬਣ ਕੇ ਪੇਸ਼ ਹੋਏ ਉਸ ਦਿਨ ਦੋਨੇ ਮੀਆਂ ਬੀਵੀ ਗੈਰ ਹਾਜ਼ਰ ਹੈ। ਵਕੀਲਾਂ ਦੀ ਜੱਜ ਸਾਹਿਬ ਜੀ ਸਾਹਿਬ ਨਿਰਮਲ ਸਿੰਘ ਜੀ ਸਾਹਿਬ ਵੀਰ ਜੀ ਸਿੰਘ ਜੀ ਸੀਗੇ, ਕੁਝ ਪੰਜ ਛੇ ਵਕੀਲ ਸੀਗੇ, ਉਹਨਾਂ ਸਾਰੇ ਜਿੰਨੇ ਵੀ ਹੁਣ ਤੱਕ ਦੇ ਵਿਧਾਨ ਨੇ ਸਾਰਿਆਂ ਨੂੰ ਪੜ੍ਹ ਕੇ ਉਹਦੇ ਚ ਨਿਚੋੜ ਕਰਕੇ ਸਾਰਾ ਦਾ ਤੁਸੀਂ ਫਰੇਮ ਹੋ ਗਿਆ ਪਿੱਛੇ ਦੇਖਣ ਨੂੰ ਨੰਬਰ ਦਿੰਦਾ ਜਾਂ ਤੁਸੀਂ ਇਸ ਕਰਕੇ ਉਹ ਅਸੀਂ ਉਹ ਵੀ 2-5 ਦਿਨ ਚ ਆਪਦਾ ਵਿਧਾਨ ਵੀ ਦੇ ਦੇਗੇ। ਅਸੀਂ ਮੀਡੀਆ ਕਮੇਟੀ ਬਣਾਈ ਹੈ, 10 ਮੈਂਬਰ ਅਸੀਂ ਉਹਦੇ ਚ ਲਏ ਨੇ, ਉਹ ਤੁਹਾਡੇ ਨਾਲ ਵੀ ਕਰਨਗੇ। ਤੇ ਜਦੋਂ ਕੋਈ ਟੀਵੀ ਚੈਨਲ ਵਾਲੇ, ਕਿਉਂਕਿ ਸਾਨੂੰ ਕਹਿੰਦੇ ਸੀ ਕਿ ਤੁਹਾਡਾ ਕੋਈ ਬੰਦਾ ਨਹੀਂ ਆਉਂਦਾ, ਉਹਨਾਂ ਵਿੱਚੋਂ ਆਊਗਾ। ਉਸ ਤੋਂ ਇਲਾਵਾ 2 ਬੰਦੇ ਹੋਰ ਵੀ ਨੇ, ਆਪਣਾ ਸਾਡਾ ਸੈਕਟਰੀ ਵੀ ਹੈ ਤੇ ਮਨਿੰਦਰ ਬਰਾੜ ਇੱਕ ਸੋਢੀ ਹੈ, ਉਹ ਵੀ ਅਗਰ ਕੋਈ ਹੋਰ ਨਾ ਹੋਵੇ ਤਾਂ ਉਹ ਵੀ ਆ ਸਕਦੇ ਨੇ। ਇੱਕ ਜਿਹੜੇ ਚੈਨਲ ਵਾਲੇ ਵੀਰ ਨੇ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਸਾਡੇ ਬੰਦਿਆਂ ਨੂੰ ਹੁਣ ਬੁਲਾਇਆ ਕਰੋ, ਕਿਉਂਕਿ ਸਾਡਾ ਪੁਆਇੰਟ ਆਫ ਵਿਊ ਉੱਥੇ ਜਾਂਦਾ ਨਹੀਂ ਹੈ। ਅਸੀਂ ਚਿੱਠੀ ਵੀ ਲਿਖਾਂਗੇ ਪਾਰਟੀ ਵੱਲੋਂ ਵੀ ਆ ਸਾਡੇ 10 ਬੰਦੇ ਨੇ, ਉਹਨਾਂ ਦੀ ਲਿਸਟ ਵੀ ਭੇਜਾਂਗੇ, ਉਹਦੇ ਵੀ ਅਸੀਂ ਕਰਨਾ ਚਾਹੁੰਦੇ। ਬਾਕੀ ਹੁਣ ਤੁਸੀਂ ਦੱਸੋ ਕੋਈ ਪੁੱਛਣਾ ਚਾਹੁੰਦੇ? ਸਰ, ਐਸਜੀਪੀਸੀ ਚੋਣਾਂ ਨੂੰ ਲੈ ਕੇ ਤੁਸੀਂ ਮਿਲੋਗੇ ਕਿ ਜਲਦ ਤੋਂ ਜਲਦ ਚੋਣਾਂ ਕਰਵਾਈਆਂ ਜਾਣ, ਕਿਉਂਕਿ ਹੁਣ ਨਿਯੁਕਤੀ ਵੀ ਕਰ ਦਿੱਤੀ ਗਈ ਹੈ ਔਰ ਤੁਹਾਡੀ ਪਾਰਟੀ 'ਚ ਸਾਰੀਆਂ ਸੀਟਾਂ ਤੇ ਚੋਣਾਂ ਲੜੀਆਂ ਜਾਣਗੀਆਂ। ਅਸੀਂ ਸਾਰੀਆਂ ਤੇ ਸੀਟਾਂ ਤੇ ਚੋਣਾਂ ਵੀ ਲੜਾਂਗੇ। ਇਹ ਹੁਣ ਹੈਗਾ ਕਮਿਸ਼ਨਰ ਸਾਹਿਬ ਤੇ, ਕਮਿਸ਼ਨ ਤੇ ਉਹਨਾਂ ਨੇ ਕਿੰਨੇ ਦਿਨ ਲਾਉਣੀ ਹੈ ਵੋਟਾਂ ਬਣਾਉਣ ਤੇ, ਫਿਰ ਉਹਨਾਂ ਦੀ ਸੁਧਾਈ ਹੋਣੀ ਹੈ, ਫਿਰ ਦੁਬਾਰਾ ਲਿਸਟ ਬਣਨੀ ਹੈ। ਉਹ 2-3-4 ਮਹੀਨਿਆਂ ਦਾ ਉਹ ਪ੍ਰੋਸੈਸ ਹੁੰਦਾ ਹੈ। ਉਹ ਹੁਣ ਇਲੈਕਸ਼ਨ ਕਮਿਸ਼ਨ ਤੇ ਹੈ ਜਿਹੜਾ ਬਣਿਆ ਕਿ ਉਹ ਕਿੰਨੀ ਜਲਦੀ ਕਰਾ ਦੇ। ਢੀਂਡਸਾ ਸਾਹਿਬ, ਤੁਸੀਂ ਮੰਨਦੇ ਹੋ ਕਿ ਵਿਧਾਨ ਸਭਾ ਇਲੈਕਸ਼ਨ ਤੋਂ ਪਹਿਲੇ ਐਸਜੀਪੀਸੀ ਚੁਣਾਵ ਹੋ ਜਾਣਗੇ? ਉਹ ਤਾਂ ਪੱਕਾ ਹੋਊਗਾ ਜੀ, ਹੁਣ ਤੱਕ ਹੋਊਗਾ, ਅਗਲੇ 2021 'ਚ ਤਾਂ ਹੋਣੇ ਨੇ। ਢੀਂਡਸਾ ਸਾਹਿਬ, ਜੇ ਗੱਲ ਕਰੀਏ ਪੰਜਾਬ ਦੇ ਜਿਹੜੇ ਮੇਨ ਮੁੱਦੇ ਆ, ਕਿਸੇ ਪਾਣੀਆਂ ਦਾ ਮੁੱਦਾ, ਕਿਸਾਨੀ ਦਾ ਮੁੱਦਾ ਆ ਤੇ ਪੰਜਾਬੀ ਬੋਲੀ ਦਾ ਮੁੱਦਾ, ਕੋਈ ਵੀ ਪਾਰਟੀ ਚਾਹੇ ਕਾਂਗਰਸ ਹੈ ਚਾਹੇ ਅਕਾਲੀ ਦਲ ਆ, ਇਹ ਪੰਜਾਬ ਦੇ ਹੱਕਾਂ ਲਈ ਖੜੀ ਨਜ਼ਰ ਨਹੀਂ ਆ ਰਹੀ। ਦੇਖੋ, ਅਸੀਂ ਆਪਣਾ ਵਿਧਾਨ ਬਣਾਇਆ, ਉਹਦੇ 'ਚ ਸਾਰਾ ਕੁਝ ਆਏਗਾ, ਦੱਸਾਂਗੇ ਵੀ ਕੀ ਹੈ, ਤੁਹਾਡੇ 5,000 ਦਿਨ ਦੀ ਤੁਹਾਡੇ ਸਾਂਝੀ ਕਰਾਂਗੇ। ਉਹਦੇ 'ਚ ਸਾਰਾ ਕੁਝ ਆਇਆ। ਸਾਡੀ ਪਾਰਟੀ ਦਾ ਵੱਡਾ ਏਜੰਡਾ ਇਹ ਹੈਗਾ ਏਜੰਡਾ ਕਿ ਅਸੀਂ ਮੋਰ ਪਾਵਰ ਟੂ ਦੀ ਸਟੇਟ ਜਾਂ ਕਹਿ ਲਓ ਜਾਂ ਕਹਿ ਲਓ ਫੈਡਰਲ ਸਿਸਟਮ। ਪਹਿਲਾਂ ਜੋ ਅਕਾਲੀ ਦਲ ਦਾ ਵੀ ਸੀ ਉਹ ਛੱਡ ਹੀ ਚੁੱਕਿਆ ਸੀ, ਉਹ ਦੁਬਾਰਾ ਅਸੀਂ ਰਿਵਾਈਵ ਕਰਨਾ ਚਾਹੁੰਦੇ। ਜੇ ਅਸੀਂ ਗੱਲ ਕਰੀਏ ਤੁਹਾਡੀ ਪਾਰਟੀ ਦੀ, ਕਿਉਂਕਿ ਇਸ ਵੇਲੇ ਜਿੰਨੇ ਵੀ ਪੰਜਾਬ ਦੇ ਕਿਸਾਨ ਜਾਂ ਲੋਕ ਆ, ਉਸ ਦੋਨਾਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਹੈ। ਤੁਸੀਂ ਆਪਣੀ ਪਾਰਟੀ ਨਵੀਂ ਬਣਾ ਰਹੇ ਹੋ, ਤੁਸੀਂ ਲੋਕਾਂ ਨੂੰ ਕਿਵੇਂ ਜੋੜੋਗੇ ਆਪਣੇ ਨਾਲ? ਅਸੀਂ ਲੋਕਾਂ ਨੂੰ ਇਹ ਜੋੜਾਂਗੇ ਕਿ ਇੱਕ ਤਾਂ ਅਸੀਂ ਸਾਰਿਆਂ ਨੂੰ ਕਹਿ ਰਹੇ ਵੀ ਸ਼੍ਰੋਮਣੀ ਅਕਾਲੀ ਦਲ ਜਿਹੜਾ ਅਸਲੀ ਸ਼੍ਰੋਮਣੀ ਅਕਾਲੀ ਦਲ ਦਾ ਸਿਧਾਂਤ ਹੈ ਉਹਦੇ ਨਾਲ ਜੋੜਾਂਗੇ। ਅਸੀਂ ਉਵੇਂ ਜਿਵੇਂ ਇਲੈਕਸ਼ਨਾਂ ਕਰਾਵਾਂਗੇ ਉਸੇ ਤਰ੍ਹਾਂ ਹੀ ਉਹੀ ਪ੍ਰੋਗਰਾਮ ਰੱਖਾਂਗੇ, ਉਹੀ ਵਿਧਾਨ ਬਣਾਵਾਂਗੇ, ਵਿਧਾਨ 'ਚ ਉਹੀ ਚੀਜ਼ਾਂ ਰੱਖਾਂਗੇ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਤੋਂ ਆ ਕੇ ਲੜਦਾ ਰਿਹਾ। ਨੰਬਰ 2, ਅਸੀਂ ਕੋਸ਼ਿਸ਼ ਕਰਾਂਗੇ ਕਿ ਰੀਜਨਲ ਪਾਰਟੀਆਂ ਨਾਲ ਵੀ ਰਾਬਤਾ ਕਾਇਮ ਕੀਤਾ ਜਾਵੇ ਤਾਂ ਕਿ ਅਸੀਂ ਇਕੱਠੇ ਹੋ ਕੇ ਫੈਡਰਲ ਸਿਸਟਮ ਵਿੱਚ ਲੜਾਈ ਕਰੀਏ। ਰਾਜ ਸਭਾ 'ਚ ਜਿਹੜੇ ਬਿੱਲ ਪਾਸ ਕੀਤੇ ਗਏ, ਕਾਂਗਰਸ ਤੇ ਅਕਾਲੀ ਦਲ ਦੇ ਮੈਂਬਰ ਕਹਿੰਦੇ ਆ ਕਿ ਸਾਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ ਦਿੱਤਾ ਗਿਆ, ਤੁਸੀਂ ਉੱਥੇ ਮੌਜੂਦ ਸੀਗੇ, ਕੀ ਸਥਿਤੀ ਸੀਗੀ? ਬਿਲਕੁਲ, ਉਹ ਤਾਂ ਫਿਰ ਧੱਕੇ ਨਾਲ ਹੀ ਕੀਤਾ ਰਾਜ ਸਭਾ ਸੀਗੇ। ਮੇਰੀ ਤਾਂ ਸੀਟ ਵੀ ਲੋਕ ਸਭਾ ਦੇ ਚੈਂਬਰ 'ਚ ਰੱਖੀ ਹੋਈ ਸੀ। ਮੈਂ ਰੌਲਾ ਜਿਹੜੇ ਉੱਤੇ ਸੀਗੇ ਉਹ ਪਾਉਂਦੇ ਰਹੇ।
ਸਾਡੀ ਤਾਂ ਸੀਟ ਹੀ ਦੂਰ ਪਾਸੇ ਸੀ। ਸਰ ਜਿੱਦਾਂ ਸ਼੍ਰੋਮਣੀ ਅਕਾਲੀ ਦਲ ਭਾਈਵਾਲ ਰਿਹਾ ਭਾਜਪਾ ਦਾ, ਤੁਹਾਡੀ ਪਾਰਟੀ ਨਵੀਂ ਬਣੀ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ, ਤੇ ਕੱਲ ਨੂੰ ਭਾਜਪਾ ਲਈ ਤੁਹਾਡੇ ਦਰਵਾਜ਼ੇ ਖੁੱਲ੍ਹੇ ਨੇ ਜਾਂ ਨਹੀਂ ਗੱਠਜੋੜ ਕਰੋਗੇ ਉਹਨਾਂ ਨਾਲ? ਸਾਡੇ ਜਿੰਨੀ ਦੇਰ ਕੋਈ ਵੀ ਕਿਸਾਨੀ ਦਾ ਮਸਲਾ ਹੱਲ ਨਹੀਂ ਹੁੰਦਾ, ਉਨੀ ਦੇਰ ਕਿਸੇ ਪਾਰਟੀ ਨਾਲ ਸਾਡੀ ਜਿੰਨੇ ਚਿਰ ਜਿਹੜੇ ਉਹਨਾਂ ਦੇ ਹੱਕ 'ਚ ਨਹੀਂ ਆਉਣ, ਸਾਡੀ ਕੋਈ ਗੱਲ ਨਹੀਂ ਹੋਣੀ। ਜੇ ਮਸਲਾ ਹੱਲ ਹੋ ਜਾਂਦਾ ਫਿਰ ਉਹਨਾਂ ਨਾਲ ਗੱਲ ਤੁਰ ਸਕਦੀ ਹੈ? ਜੇ ਕਿਸਾਨੀ ਦਾ ਮਸਲਾ ਹੱਲ ਹੁੰਦਾ ਫਿਰ ਭਾਜਪਾ ਨਾਲ ਗੱਲ ਤੁਰ ਸਕਦੀ ਹੈ ਤੁਹਾਡੀ? ਗਠਬੰਧਨ ਨਹੀਂ, ਹੋ ਸਕਦਾ ਜੀ। ਉਹਦੇ 'ਚ ਅਸੀਂ ਕੋਈ ਅਜੇ ਕਿਸੇ ਨੂੰ ਸਾਡਾ ਇੱਕ ਦੱਸੋ, ਮੈਂ ਦੱਸਣਾ ਚਾਹੁੰਦਾ, ਅਸੀਂ ਡੈਮੋਕ੍ਰੈਟਿਕ ਕਿਉਂ ਰੱਖਿਆ? ਅਸੀਂ ਆਪਣੀ ਪਾਰਟੀ 'ਚ ਫੈਸਲਾ ਕਰਾਂਗੇ ਜਦੋਂ ਕੋਈ ਕਿਸੇ ਤੋਂ ਆਫਰ ਆਈ। ਜੇ ਉਹ ਵੀ ਇਲੈਕਸ਼ਨਾਂ 'ਚ ਅਜੇ ਤਾਂ 2 ਸਾਲ ਪਹਿਲਾਂ 1.5 ਸਾਲ ਪਿਆ, ਉਦੋਂ ਬਾਅਦ ਆਊਗੀ ਦੇਖਾਂਗੇ ਫਿਰ ਉਦੋਂ। ਪਰ ਸਰ ਇਹ ਮੰਨਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਹੋਣਾ ਦਾ ਜਿਹੜਾ ਹੈਗਾ ਕਮਜ਼ੋਰ ਪੈ ਚੁੱਕਾ ਹੈ, ਤੇ ਭਾਜਪਾ ਵੀ ਚਾਹੁੰਦੀ ਹੈ ਕਿ ਇੱਥੇ ਜੇ ਸਿੱਖ ਵੋਟ ਬੈਂਕ ਉੱਤੇ ਨਜ਼ਰ ਰੱਖੀ ਜਾਂਦੀ ਹੈ ਤਾਂ ਕੱਲ੍ਹ ਨੂੰ ਤੁਹਾਡੀ ਪਾਰਟੀ ਨਾਲ ਵੀ ਉਹਨਾਂ ਦਾ ਗੱਠਜੋੜ ਹੋ ਸਕਦਾ ਹੈ। ਸਾਡੀ ਪਾਰਟੀ, ਮੈਨੂੰ ਤਾਂ ਪਤਾ ਕੀ ਹੈ, ਪਹਿਲਾਂ ਤਾਂ ਸੁਖਬੀਰ ਕਹਿੰਦਾ ਸੀ ਮੈਂ ਕਾਂਗਰਸ ਨਾਲ ਮਿਲੇ ਹੋਏ, ਹੁਣ ਸੁਖਬੀਰ ਬੀਜੇਪੀ ਨੂੰ ਛੱਡ ਕੇ ਹੁਣ ਕਹਿੰਦਾ ਮੈਂ ਬੀਜੇਪੀ ਨਾਲ ਮਿਲੇ ਹੋਏ। ਮੈਨੂੰ ਥੋੜੀ ਵਾਰ ਕੇ ਕਿਤੇ ਬਾਹਰ ਦੇ ਉਹਦਾ ਰੇਡੀਓ ਸਟੇਸ਼ਨ ਵਾਲੇ ਦਾ ਆਇਆ, ਕਹਿੰਦਾ ਜੀ ਤੁਹਾਡੀ ਸਾਬਤ ਹੋਈ ਹੈ ਵੀ ਉਹਦੇ ਨਾਲ ਆਮ ਆਦਮੀ ਪਾਰਟੀ ਨਾਲ ਮੀਟਿੰਗ ਹੋਈ ਹੈ। ਮੈਂ ਕਿਹਾ ਮੀਟਿੰਗਾਂ ਤਾਂ ਸਾਰਿਆਂ ਨਾਲ ਹੀ ਹੈ ਸਾਡੀਆਂ। ਅਸੀਂ ਇੱਕ ਕਲੀਅਰ ਕੀਤੀ ਹੈ ਕਿ ਅਸੀਂ ਕਿਸੇ ਵੀ ਕੀਮਤ ਤੇ ਬਾਦਲਾਂ ਨਾਲ ਔਰ ਕਾਂਗਰਸ ਨਾਲ ਸਾਡਾ ਕਿਸੇ ਵੀ ਕੀਮਤ ਤੇ ਸਮਝੌਤਾ ਨਹੀਂ। ਇਹ ਸਭ ਜਿਹੜੇ ਵੇਲੇ ਤਿਆਰ ਕੀਤੇ ਸਤੰਬਰ 19 ਵਿੱਚ ਇਹਦਾ ਖਰੜਾ ਤਿਆਰ ਕੀਤਾ ਗਿਆ ਸੀਗਾ, ਤੇ ਜਿਹੜਾ ਵਿਰੋਧ ਸ਼ੁਰੂ ਹੋਇਆ ਇਹ ਸਤੰਬਰ ਪੂਰੇ ਸਾਲ ਬਾਅਦ ਹੋਇਆ। ਤੁਹਾਨੂੰ ਲੱਗਦਾ ਨਹੀਂ ਕਿ ਪਾਰਟੀਆਂ ਨੇ ਬਹੁਤ ਦੇਰੀ ਕੀਤੀ ਤੇ ਕਿਸਾਨਾਂ ਨੇ ਬਹੁਤ ਦੇਰੀ ਕੀਤੀ? ਕਿਸਾਨਾਂ ਨੇ ਵੀ ਕੀਤੀ ਹੈ। ਮੈਂ ਪਰਸੋਂ ਉਹਦਾ ਡਾਕਟਰ ਜਵਾਹਰ ਦਾ ਸੁਣਿਆ ਸੀ, ਉਹਨੇ ਕਿਹਾ ਵੀ ਪਹਿਲਾਂ ਕਾਂਗਰਸ ਨੇ ਆਪਦੇ ਰਾਜ ਵਿੱਚ ਕੁਝ ਮੁੱਦੇ ਇਹਦੇ ਵਿੱਚ ਲਿਆਂਦੇ, ਉਸ ਤੋਂ ਬਾਅਦ ਬਾਦਲ ਸਰਕਾਰ ਨੇ ਵੀ ਲਿਆਂਦੇ। ਹੁਣ ਮੈਨੂੰ ਨਹੀਂ ਪਤਾ ਵੀ ਉਹ ਕਿੰਨੇ ਕੁ ਸਹੀ ਹੈ, ਪਰ ਇਹ ਠੀਕ ਹੈ ਵੀ ਜੋ ਪਹਿਲਾਂ ਤਿਆਰ ਹੋਏ ਸੀ ਉਦੋਂ ਕੋਈ ਨਹੀਂ ਬੋਲਿਆ। ਵੱਡੀ ਗੱਲ ਤਾਂ ਇਹ ਹੈ ਕਿ ਹਰਸਿਮਰਤ ਕੌਰ ਜੀ ਨੇ ਕੈਬਨਿਟ 'ਚ ਬੈਠੀ ਔਰ ਉਹਨੇ ਪਾਸ ਕੀਤੇ, ਉਸ ਤੋਂ ਬਾਅਦ ਸਾਰੀ ਬੜੇ ਜ਼ੋਰ ਨਾਲ ਉਹਦੀ ਹਮਾਇਤ ਕਰਦੇ ਰਹੇ, ਤੇ 2 ਦਿਨ ਪਹਿਲਾਂ ਉਹਦੀ ਗੱਲ ਮਹਾਰਾਸ਼ਟਰ ਦੇ ਵਿੱਚ ਇਹਦੀ ਨਾ ਬੈਠਕ ਹੋਈ ਆ, ਨੀਤੀ ਆਯੋਗ ਨੇ 6 ਮੁੱਖ ਮੰਤਰੀ ਬੁਲਾਏ ਸੀਗੇ, 7ਵਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਾ ਨਹੀਂ ਭੇਜਿਆ। ਕੀ ਕਾਰਨ ਹੋ ਸਕਦਾ? ਕਾਰਨ ਤਾਂ ਇਹੀ ਹੋ ਸਕਦਾ ਵੀ ਮੈਂ ਇਹ ਤਾਂ ਉਹੀ ਦੱਸ ਸਕਦੇ ਕਾਰਨ ਕੀ ਹੋ ਸਕਦਾ, ਮੈਂ ਤਾਂ ਕੀ ਦੱਸ। ਜਦੋਂ ਉਹਨਾਂ ਨੇ ਵਿਰੋਧ ਕੀਤਾ ਫਿਰ ਉਹਨਾਂ ਨੇ ਮਨਪ੍ਰੀਤ ਬਾਦਲ ਨੂੰ ਭੇਜਿਆ। ਨਹੀਂ, ਇਹ ਤਾਂ ਫਿਰ ਉਹੀ ਕੈਪਟਨ ਅਮਰਿੰਦਰ ਸਿੰਘ ਹੀ ਦੱਸਦਾ ਵੀ ਕਿਉਂ ਨਹੀਂ ਗਿਆ। ਤੁਹਾਨੂੰ ਇਸ ਬਾਰੇ ਨਹੀਂ ਕੁਝ ਤੇ ਅਸੀਂ ਕਿਵੇਂ ਦੱਸ ਸਕਦੇ ਕਿ ਢੀਂਡਸਾ ਸਾਹਿਬ 31 ਜਥੇਬੰਦੀਆਂ ਦੀ ਬੈਠਕ ਹੋ ਰਹੀ ਹੈ ਅੱਜ ਖੇਤੀਬਾੜੀ ਨੂੰ ਲੈ ਕੇ, ਜਿਹੜੇ ਕਾਨੂੰਨ ਬਣੇ ਹੋਏ ਨੇ। ਕੱਲ੍ਹ ਨੂੰ ਭਾਜਪਾ ਵੱਲੋਂ ਵੀ ਸੱਦਾ ਦਿੱਤਾ ਗਿਆ ਕੇਂਦਰ ਦੀ ਸਰਕਾਰ ਵੱਲੋਂ। ਕੀ ਲੱਗਦਾ ਕੀ ਸਥਿਤੀ ਰਹਿਣ ਵਾਲੀ ਹੈ? ਕਿ ਹੁਣ ਭਾਜਪਾ ਇੱਕ ਵਾਰ ਫਿਰ ਕਿਸਾਨਾਂ ਨੂੰ ਗੁੰਮਰਾਹ ਕਰੇਗੀ ਜਾਂ ਕੋਈ ਮਸਲਾ ਹੱਲ ਹੁੰਦਾ ਨਜ਼ਰ ਆ ਰਿਹਾ ਤੁਹਾਨੂੰ? ਇਹ ਤਾਂ ਜੀ ਮੀਟਿੰਗ ਤੋਂ ਬਾਅਦ ਹੀ ਪਤਾ ਲੱਗ ਸਕਦਾ ਵੀ ਉਹ ਕੀ ਦੱਸਦੇ ਨੇ। ਫਿਰ ਉਹਨਾਂ ਨੂੰ ਕਿਸਾਨਾਂ ਨੂੰ ਮਨਜ਼ੂਰ ਹੈ ਕਿ ਨਹੀਂ ਹੈ, ਉਹ ਤਾਂ ਉਹ ਤੋਂ ਬਾਅਦ ਹੀ ਪਤਾ ਲੱਗ ਸਕਦਾ। ਤੁਸੀਂ ਭਾਜਪਾ ਦੇ ਨਜ਼ਦੀਕ ਰਹੇ ਹੋ ਤਾਂ ਸਵਾਲ ਕਰ ਰਹੇ ਜੀ। ਮੈਂ ਕੋਈ ਨਜ਼ਦੀਕ ਨਹੀਂ ਰਿਹਾ, ਮੇਰੇ ਤੇ ਐਵੇਂ ਇਲਜ਼ਾਮ ਲੱਗ ਰਹੇ ਨੇ। ਮੇਰੀ ਕੋਈ ਬੰਦਾ ਸਾਬਤ ਕਰ ਦੇ ਮੇਰੀ ਕਿਸੇ ਨਾਲ ਗੱਲ ਟੈਲੀਫੋਨ ਤੇ ਹੋਈ, ਮੈਂ ਕਿਸੇ ਨੂੰ ਮਿਲਿਆ ਹੋਵਾਂ। ਨਹੀਂ, ਗੱਠਜੋੜ ਰਹੇ ਹੋ ਤੁਹਾਡਾ ਲੰਬਾ ਸਮਾਂ, ਤਾਂ ਕਰਕੇ ਸਵਾਲ ਕਰਦੇ ਜੀ। ਪਰ ਸਾਨੂੰ ਗੱਠਜੋੜ ਚ ਕੌਣ ਪੁੱਛਦਾ ਸੀ? ਉਹ ਤਾਂ ਬਾਦਲ ਹੀ ਸੀਗੇ, ਸਾਰਾ ਕੁਝ ਉਹੀ ਕਰਦੇ ਸੀ। ਢੀਂਡਸਾ ਸਾਹਿਬ, ਸ਼੍ਰੋਮਣੀ ਕਮੇਟੀ ਦੇ ਵੱਲੋਂ ਕੱਲ 1000 ਪੰਨੇ ਦੀ ਜਨਤਕ ਕੀਤੀ ਗਈ ਹੈ ਰਿਪੋਰਟ 328 ਸਰੂਪਾਂ ਦੇ ਮਾਮਲੇ ਦੇ ਵਿੱਚ। ਤੁਹਾਡੀ ਪ੍ਰਤੀਕਿਰਿਆ ਜਾਣਨੀ ਚਾਹੁੰਦੇ ਆ ਕਿ ਤੁਸੀਂ ਸ਼੍ਰੋਮਣੀ ਕਮੇਟੀ ਦੇ ਇਸ ਕਦਮ ਨੂੰ ਕਿਵੇਂ ਦੇਖਦੇ ਹੋ? ਇਹਦੇ ਵਿੱਚ ਉਹਨਾਂ ਨੇ ਇਹ ਵੀ ਕਹਿਤਾ ਕਿ ਜਿਹੜੇ ਇਹਦੇ ਵਿੱਚ ਦੋਸ਼ੀ ਸੀ ਅਸੀਂ ਉਹਨਾਂ ਨੂੰ ਆਲਰੇਡੀ ਸਜ਼ਾ ਦੇ ਚੁੱਕੇ ਹਾਂ। ਸਜ਼ਾ ਕਿਸੇ ਨੂੰ ਨਹੀਂ ਦਿੱਤੀ। ਐਵੇਂ ਉਹ ਗੋਬਲੂਆਂ ਤੋਂ ਮਿੱਟੀ ਝਾੜੀ ਆ ਉਹਨਾਂ ਨੇ, ਔਰ ਉਹਨਾਂ ਨੇ ਸਿਰਫ ਮੁਲਾਜ਼ਮਾਂ ਤੇ ਮਿੱਟੀ ਝਾੜਦੀ, ਹੋਰ ਕਿਸੇ ਤੇ ਨਹੀਂ। ਤੇ ਆ ਸੇਖੋਂ ਸਾਹਿਬ ਬੈਠੇ ਨੇ, ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ, ਇਹਨਾਂ ਦੀ ਪ੍ਰਧਾਨਗੀ ਤੇ ਮਿਲੇ ਵੀ ਸੀ, ਜਾ ਕੇ ਉਹਨਾਂ ਨੂੰ ਦੱਸੋ ਭਾਈ। ਅੱਜ ਤਨਖਾਹ ਲਾਈ ਸੀ ਜਿਹੜੀ ਜੀ, ਉਹਦੇ ਮੁਤਾਬਕ ਸਾਰੇ ਝਾੜੂ ਲਾਉਂਦੇ ਨਜ਼ਰ ਆਏ ਸੀਗੇ ਉੱਥੇ ਅੰਮ੍ਰਿਤਸਰ। ਹਾਂਜੀ, ਜਿਹੜੀ ਤਨਖਾਹ ਲਾਈ ਗਈ ਸੀ ਉਸ ਮੁਤਾਬਕ ਝਾੜੂ ਲਾਉਂਦੇ ਹੋਏ ਨਜ਼ਰ ਆਏ ਸੀ ਸਾਰੇ ਜੀ ਜਿਹੜੇ ਆਗੂ। ਉਹ ਤਾਂ ਸਾਰਿਆਂ ਨੂੰ ਤਨਖਾਹ ਕੀ ਆ, ਉਹ ਤਾਂ ਐਵੇਂ ਡਰਾਮਾ ਹੈ। ਢੀਂਡਸਾ ਸਾਹਿਬ, ਖੇਤੀ ਕਾਨੂੰਨ ਨੇ ਜਿਹੜੇ ਉਹ ਲਾ ਬਣ ਚੁੱਕੇ ਨੇ। ਆਪ ਵੱਲੋਂ ਮੁਹਿੰਮ ਵੰਡੀ ਗਈ ਹੈਗੀ ਜਿਹੜੀ ਗ੍ਰਾਮ ਪੰਚਾਇਤ ਦੀ, ਤੇ ਕੈਪਟਨ ਵੀ ਜਿਹੜੇ ਕੈਪਟਨ ਸਾਹਿਬ ਵੀ ਕਰਵਾ ਰਹੇ ਨੇ ਕਿ ਦਸਤਕ ਮੁਹਿੰਮ ਸ਼ੁਰੂ ਕੀਤੀ ਗਈ ਹੈ। ਲੱਗਦਾ ਹੈ ਕਿ ਵਾਕਈ ਇਹਦਾ ਕੋਈ ਹੱਲ ਨਿਕਲੇਗਾ ਜਾਂ ਸਿਰਫ ਸਿਆਸੀ ਸੰਕਟ? ਦੇਖੋ, ਮੇਰੀ ਗੱਲ ਸਿਆਸੀ ਇਸ਼ੂ ਹੈ, ਸਿਆਸੀ ਹੀ ਹੱਲ ਕੀਤਾ ਜਾ ਸਕਦਾ। ਸਾਡੀ ਪਹਿਲੀ ਪਾਰਟੀ ਹੈ ਜਿਹਨੇ, ਮੈਂ ਸਭ ਤੋਂ ਪਹਿਲਾਂ ਬੜੀ ਡਿਟੇਲ ਲੈਟਰ ਲਿਖੀ ਸੀ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੂੰ ਕਿ ਗਲਤ ਨੇ ਜਿਹੜੇ ਤੁਸੀਂ ਬਿੱਲ ਬਣਾ ਰਹੇ ਹੋ, ਔਰ ਇਹਨਾਂ ਨੂੰ ਵਿਡਰਾ ਕਰੋ ਤੇ ਕਿਸਾਨਾਂ ਨਾਲ ਜਿਹੜੇ ਸਾਡੇ
ਸਟੇਕ ਹੋਲਡਰ ਨੇ ਉਹਨਾਂ ਨਾਲ ਗੱਲ ਕਰੋ। ਹੁਣ ਗੱਲ ਕਰਨਗੇ, ਜੇ ਸਿਰੇ ਲੱਗ ਜੇ ਬਹੁਤ ਅੱਛੀ ਗੱਲ। ਸਰ, ਕਿਸਾਨੀ ਮੁੱਦੇ ਦੇ ਉੱਤੇ ਬਹੁਤ ਸਾਰੇ ਸਿਆਸਤਦਾਨ ਕੋਈ ਟਰੈਕਟਰਾਂ ਤੇ ਨਜ਼ਰ ਆ ਰਿਹਾ ਹੈ, ਕੋਈ ਟਰੱਕਾਂ ਦੇ ਉੱਤੇ ਰੈਲੀਆਂ ਕਰ ਰਹੇ ਨੇ, ਤੇ ਤੁਹਾਡੀ ਪਾਰਟੀ ਕਿਸ ਤਰ੍ਹਾਂ ਕਿਸਾਨਾਂ ਨਹੀਂ, ਦਾ ਅਸੀਂ ਤਾਂ ਉਹਨਾਂ ਨੂੰ ਕਿਹਾ ਵੀ ਅਸੀਂ ਤਾਂ ਸਿਰਫ ਉਹਨਾਂ ਦੇ ਨਾਲ ਤੁਰਨਾ ਹੈ। ਅਸੀਂ ਕੋਈ ਆਪਦਾ ਦਾ ਪ੍ਰੋਗਰਾਮ ਕੋਈ ਨਹੀਂ ਲਿਖਣਾ। ਸਾਡੇ ਬੰਦੇ ਹਰ ਧਰਨੇ ਜਾਂਦੇ ਨੇ, ਉੱਥੇ ਜਾ ਕੇ ਕੋਈ ਨਹੀਂ ਬੋਲਦਾ, ਨਹੀਂ ਕੋਈ ਸਟੇਜ ਦੀ ਮੰਗਦਾ, ਕੁਛ ਨਹੀਂ ਮੰਗਦਾ। ਉਹ ਜਦ ਤੱਕ ਕੋਈ ਕਿਸੇ ਜਗ੍ਹਾ ਵੀ ਧਰਨਾ ਲੱਗਿਆ, ਉੱਥੇ ਸਾਡੇ ਬੰਦੇ ਹਾਜ਼ਰੀ ਵੀ ਲਵਾਉਂਦੇ ਨੇ, ਉੱਥੇ ਬਹਿੰਦੇ ਵੀ ਨੇ, ਸਾਰਾ ਦਿਨ ਉਹਦੇ ਮੁਤਾਬਕ ਚੱਲਦੇ ਨੇ। ਤੁਹਾਡੀ ਪਾਰਟੀ ਕੀ ਕਹਿੰਦੀ ਹੈ, ਇਹ ਕਾਨੂੰਨ ਹੈਗੇ ਨੇ ਰੱਦ ਹੋਣੇ ਚਾਹੀਦੇ ਨੇ, ਇਹਦੇ ਵਿੱਚ ਅਮੈਂਡਮੈਂਟ ਦੀ ਲੋੜ ਹੈ, ਤੇ ਕਿਹੜੀ ਅਮੈਂਡਮੈਂਟ ਦੀ ਲੋੜ ਹੈ? ਅਸੀਂ ਤਾਂ ਕਹਿੰਦੇ ਵੀ ਰੱਦ ਹੋਣੇ ਚਾਹੀਦੇ ਆ। ਵੱਡੀ ਗੱਲ ਤਾਂ ਇਹ ਹੈ ਵੀ ਜਿੰਨੀ ਦੇ ਕਿਸਾਨ ਸੈਟੀਸਫਾਈ ਨਹੀਂ ਹੁੰਦੇ, ਜਿੱਥੇ ਬੰਦੀਆਂ ਨਹੀਂ ਹੁੰਦੇ, ਸਟੇਕ ਹੋਲਡਰ ਸੈਟੀਸਫਾਈ ਨਹੀਂ ਹੁੰਦੇ, ਉਨੀ ਦੇਰ ਮਸਲੇ ਦਾ ਹੱਲ ਨਹੀਂ।